धरती दे वल तेरे वधदे कदम पावन धरती दे वल तेरे वधदे कदम तेरे जीवन दे बंदेरा खोलणगे रब दी बरकत दे नाल उजड़े खिल जाणगे सुते पाग तेरे जाग तैनू डोलणगे पावन धरती दे वल मंगी दुआ पूरी हो जावेगी वगदी हनेरी भी खलो जावेगी मंगी दुआ पूरी हो जावेगी वगदी हनेरी भी खलो जावेगी फिर ना होवेगा डर ना ही कोई फिकर खंभ आत्मा दे तेरे उत्ते डोलने रब दी बरकत दे नाल उजड़े खिल जाणगे सुते पाग तेरे जाग तैनू डोलने पावन धरती दे वल तेरे वधदे कदम तेरे जीवन दे बंदेरा खोलणे पावन धरती दे वल प्रार्थना पवन टीवी देखने वाले बहुत ही प्यारे दर्शकों, सेंट एंथनी चर्च संसारपुर तो बाद अज असी पहुंच चुके हाँ सेंट पाइस चर्च लम्मा पिंड विखे। सो अंदर चल के जानकारी प्राप्त करते हाँ इस गिरजाघर के बारे। जिवें ही असी इस गिरजाघर के अंदर प्रवेश करते हाँ तो असी देखते हाँ कि इसके बिल्कुल सामने पवित्र यूकरिस्ट का चिन्ह लगाया गया है अते इस दे बिल्कुल नाल ही संत पायस 10वें की तस्वीर भी लगाई गई है जो कि इस गिरजाघर के सरप्रस्त संत हैं। इस तस्वीर तो थोड़ी अगे जाके माता मरियम की ग्रोटो बनाई गई है। सेंट पाइस चर्च लम्मा पिंड के अंदर ये है माता मरियम दी ग्रोटो जो कि बहुत ही खूबसूरती दे नाल बनाई गई है। इस ग्रोटो की खासियत ये है कि हफ्ते दे 3 दिन यानी कि मंगलवार बुधवार और शनिवार श्रद्धालु बहुत ही श्रद्धा दे नाल इत्थे आके रोज़री माला का जाप करते हैं और इस दे नाल ही दिन शनिवार नूं बहुत सारे श्रद्धालु आके माता मरियम का नवीना भी पढ़ते हैं। गल करिए इस गिरजाघर की बाहरी बनावट की तो यह बहुत ही आकर्षक तरीके दे नाल बनाई गई है
ਅਸੀਂ ਜਾਣਦੇ ਹਾਂ ਕਿ ਹਰ ਇੱਕ ਗਿਰਜਾ ਘਰ ਦੇ ਬਿਲਕੁਲ ਉੱਪਰ ਯਾਨੀ ਕਿ ਸਿਖਰ ਤੇ ਪਵਿੱਤਰ ਸਲੀਬ ਲਗਾਈ ਜਾਂਦੀ ਹੈ। ਉਸੇ ਤਰ੍ਹਾਂ ਇਸ ਗਿਰਜਾ ਘਰ ਦੇ ਵਿੱਚ ਵੀ ਪ੍ਰਭੂ ਯਿਸੂ ਮਸੀਹ ਦੀ ਪਵਿੱਤਰ ਸਲੀਬ ਲਗਾਈ ਗਈ ਹੈ। ਪਰ ਇਸ ਪਾਕ ਸਲੀਬ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਕੁਝ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਹ ਹਰ ਸਮੇਂ ਘੁੰਮਦੀ ਰਹਿੰਦੀ ਹੈ। ਇਸ ਪਵਿੱਤਰ ਸਲੀਬ ਤੋਂ ਨੀਚੇ ਸੰਤ ਯੂਸਫ ਦਾ ਸਟੈਚੂ ਲਗਾਇਆ ਗਿਆ ਹੈ, ਜਿਸ ਵਿੱਚ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਗੋਦੀ ਵਿੱਚ ਚੁੱਕਿਆ ਹੋਇਆ ਹੈ। ਉਸ ਦੇ ਬਿਲਕੁਲ ਹੇਠਾਂ ਪ੍ਰਭੂ ਯਿਸੂ ਮਸੀਹ ਦਾ ਪਵਿੱਤਰ ਦਿਲ ਦਾ ਸਟੈਚੂ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਇਸ ਦੇ ਨੀਚੇ ਫਾਤਿਮਾ ਦੀ ਮਾਤਾ ਮਰੀਮ ਦਾ ਸਟੈਚੂ ਵੀ ਲਗਾਇਆ ਗਿਆ ਹੈ। ਇਸੇ ਤਰ੍ਹਾਂ ਪ੍ਰਵੇਸ਼ ਦੁਆਰ ਦੇ ਉੱਪਰ ਇਹ ਲਿਖਿਆ ਹੋਇਆ ਹੈ, ਮੇਰਾ ਘਰ ਸਾਰੀਆਂ ਜਾਤੀਆਂ ਦੇ ਲਈ ਪ੍ਰਾਰਥਨਾ ਦਾ ਘਰ ਅਖਵਾਵੇਗਾ। ਸੋ ਦਰਸ਼ਕੋ, ਹੁਣ ਤੱਕ ਅਸੀਂ ਜਾਣਕਾਰੀ ਪ੍ਰਾਪਤ ਕੀਤੀ ਇਸ ਗਿਰਜਾ ਘਰ ਦੇ ਬਾਹਰਲੇ ਹਿੱਸੇ ਦੇ ਬਾਰੇ। ਸੋ ਇਸ ਗਿਰਜਾ ਘਰ ਦੇ ਅੰਦਰਲੇ ਹਿੱਸੇ ਯਾਨੀ ਕਿ ਇਸ ਦੇ ਇੰਟੀਰੀਅਰ ਦੀ ਜਾਣਕਾਰੀ ਪ੍ਰਾਪਤ ਕਰਨ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਇਸ ਗਿਰਜਾ ਘਰ ਦੇ ਮੌਜੂਦਾ ਪੈਰਿਸ਼ ਪ੍ਰੀਸਟ ਰੈਵਰੈਂਡ ਫਾਦਰ ਵਿਲੀਅਮ ਜੇਮਸ ਸਹੋਤਾ ਜੀ ਦੇ ਨਾਲ। ਸੋ ਦਰਸ਼ਕੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਸਾਡੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਸੇਂਟ ਪਾਈਸ ਚਰਚ ਲੰਮਾ ਪਿੰਡ ਦੀ, ਜੋ ਕਿ ਜਲੰਧਰ ਡਾਇਸਿਸ ਦੀ ਇੱਕ ਅਹਿਮ ਪੈਰਿਸ਼ ਹੈ। ਔਰ ਮੇਰੇ ਨਾਲ ਮੌਜੂਦ ਹਨ ਇਸ ਪੈਰਿਸ਼ ਦੇ ਮੌਜੂਦਾ ਪੈਰਿਸ਼ ਪ੍ਰੀਸਟ ਰੈਵਰੈਂਡ ਫਾਦਰ ਵਿਲੀਅਮ ਜੇਮਸ ਸਹੋਤਾ ਜੀ। ਸੋ ਗੱਲਬਾਤ ਕਰਦੇ ਹਾਂ ਅੱਜ ਫਾਦਰ ਜੀ ਦੇ ਨਾਲ ਅਤੇ ਜਾਣਦੇ ਹਾਂ ਇਸ ਗਿਰਜਾ ਘਰ ਦੇ ਇਤਿਹਾਸਿਕ ਪਿਛੋਕੜ ਨੂੰ ਅਤੇ ਇਸ ਦੇ ਨਾਲ ਜੁੜੀਆਂ ਹੋਈਆਂ ਕੁਝ ਮਹੱਤਵਪੂਰਨ ਗੱਲਾਂ ਨੂੰ। ਜੈ ਯਿਸੂ ਕੀ ਫਾਦਰ ਜੀ। ਜੈ ਯਿਸੂ ਜੀ। ਸੋ ਫਾਦਰ ਜੀ, ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਇਸ ਗਿਰਜਾ ਘਰ ਦੇ ਇਤਿਹਾਸਿਕ ਪਿਛੋਕੜ ਬਾਰੇ ਔਰ ਇਸ ਗਿਰਜਾ ਘਰ ਦੇ ਨਾਲ ਜੁੜੀਆਂ ਹੋਈਆਂ ਕੁਝ ਮਹੱਤਵਪੂਰਨ ਗੱਲਾਂ ਬਾਰੇ। ਸਭ ਤੋਂ ਪਹਿਲਾਂ ਪ੍ਰਾਰਥਨਾ ਭਵਨ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਯਿਸੂ ਜੀ। ਜਦੋਂ ਅਸੀਂ ਲੰਮਾ ਪਿੰਡ ਪੈਰਿਸ਼ ਦੀ ਗੱਲ ਕਰਦੇ ਹਾਂ, ਪਾਵਨ ਧਰਤੀ ਤੇ ਵਾਧੇ ਕਦਮ ਕਿਤਾਬ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਅਤੇ ਜੋ ਇੱਥੋਂ ਦੇ ਸਥਾਨਕ ਲੋਕ ਹਨ, ਪੈਰਿਸ਼ ਦੇ ਲੋਕ ਹਨ, ਵਿਸ਼ਵਾਸੀ ਹਨ ਜੀ, ਉਹਨਾਂ ਤੋਂ ਪੁੱਛਣ ਤੋਂ ਇਹ ਪਤਾ ਲੱਗਦਾ ਹੈ ਕਿ 19 ਅਪ੍ਰੈਲ 1956 ਈਸਵੀ ਵਿੱਚ ਫਾਦਰ ਲੂਕ ਜੀ ਨੇ ਇਸ ਪਿੰਡ ਵਿੱਚ ਇੱਕ ਛੋਟੇ ਜਿਹੇ ਗਿਰਜੇ ਦਾ ਨਿਰਮਾਣ ਕੀਤਾ। ਉਸ ਗਿਰਜੇ ਦੇ ਨਿਰਮਾਣ ਦੇ ਨਾਲ ਹੀ ਇਸ ਪੈਰਿਸ਼ ਦੀ ਸ਼ੁਰੂਆਤ ਹੋ ਗਈ। ਸੋ ਆਪਾਂ ਕਹਿ ਸਕਦੇ ਹਾਂ ਕਿ 1956 ਤੋਂ ਲੈ ਕੇ ਹੁਣ ਤੱਕ ਗਿਰਜੇ ਦਾ ਇਤਿਹਾਸ ਲਗਭਗ 65 ਸਾਲ ਦਾ ਇਤਿਹਾਸ ਹੈ। ਇਸ ਸਮੇਂ ਦੌਰਾਨ ਵੱਖ-ਵੱਖ ਫਾਦਰਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ, ਸਿਸਟਰ ਸਾਹਿਬਾਨਾਂ ਨੇ, ਮੁਨਾਦ ਭਰਾਵਾਂ ਦੀ, ਤੇ ਉਹਨਾਂ ਦੀ ਮਿਹਨਤ ਦੇ ਸਦਕੇ ਉਹ ਛੋਟੇ ਜਿਹੇ ਗਿਰਜੇ ਤੋਂ ਬਾਅਦ ਇੱਕ ਵੱਡੇ ਗਿਰਜੇ ਦਾ ਨਿਰਮਾਣ ਕੀਤਾ ਗਿਆ ਜੀ। ਸੋ 26 ਅਗਸਤ 1999 ਵਿੱਚ ਉਸ ਸਮੇਂ ਦੇ ਮੌਜੂਦਾ ਪੈਰਿਸ਼ ਪ੍ਰੀਸਟ ਫਾਦਰ ਜਾਰਜ ਵਿਲੀਅਮਸ ਦੇ ਸਮੇਂ ਦੇ ਦੌਰਾਨ ਤੇ ਉਸ ਸਮੇਂ ਦੇ ਮੌਜੂਦਾ ਬਿਸ਼ਪ ਜੀ ਅਤੀ ਸਤਿਕਾਰਯੋਗ ਬਿਸ਼ਪ ਸੇਂਟ ਫੋਰਨ ਕੀਪਰ ਜੀ ਦੇ ਸਮੇਂ ਨਵੇਂ ਗਿਰਜੇ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ। ਨੀਂਹ ਪੱਥਰ ਰੱਖਣ ਤੋਂ ਬਾਅਦ ਫਾਦਰ ਜਾਰਜ ਵਿਲੀਅਮਸ ਜੀ ਬਾਹਰਲੇ ਦੇਸ਼ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਪੜ੍ਹਾਈ ਕਰਨ ਚਲੇ ਗਏ ਜੀ, ਤੇ ਗਿਰਜੇ ਦਾ ਜੋ ਨਿਰਮਾਣ ਕਾਰਜ ਸੀ ਉਹ ਫਾਦਰ ਮਾਰਟਿਨ ਸਾਦਕ ਜੀ ਦੇ ਹੱਥਾਂ ਵਿੱਚ ਆ ਗਿਆ ਤੇ ਫਾਦਰ ਮਾਰਟਿਨ ਜੀ ਨੇ ਕਾਫੀ ਸਮੇਂ ਤੱਕ ਇਸ ਗਿਰਜੇ ਦੀ ਉਸਾਰੀ ਦਾ ਕੰਮ ਸੰਭਾਲਿਆ ਤੇ ਫਿਰ ਉਹਨਾਂ ਤੋਂ ਬਾਅਦ ਫਿਰ ਜਦੋਂ ਫਾਦਰ ਜੀ ਜਾਰਜ ਵਿਲੀਅਮਸ ਫਾਦਰ ਜੀ ਵਾਪਸ ਆਏ, ਉਹਨਾਂ ਨੇ ਇਸ ਗਿਰਜੇ ਨੂੰ ਮੁਕੰਮਲ ਕਰਨ ਵਿੱਚ ਬਹੁਤ ਕੰਮ ਕੀਤਾ। ਤੇ ਫਿਰ ਆਪਾਂ ਇਤਿਹਾਸ ਤੋਂ ਵੇਖਦੇ ਹਾਂ ਕਿ 3 ਅਪ੍ਰੈਲ 2005 ਈਸਵੀ ਵਿੱਚ ਜਦੋਂ ਨਵੇਂ ਗਿਰਜੇ ਦਾ ਉਸਾਰੀ ਦਾ ਕੰਮ ਮੁਕੰਮਲ ਹੋ ਗਿਆ ਤੇ ਉਸ ਸਮੇਂ ਪੋਪ ਸਾਹਿਬ ਜੀ ਦੇ ਭਾਰਤ ਲਈ ਜੋ ਰਾਜਦੂਤ ਸਨ ਅਤੀ ਸਤਿਕਾਰਯੋਗ ਆਰਚ ਬਿਸ਼ਪ ਪੈਦੇ ਲੋਪੇਸ ਕਿੰਤਾਨਾ
ਉਸ ਸਮੇਂ ਦੇ ਰਾਜਦੂਤ, ਦਿੱਲੀ ਦੇ ਆਰਚ ਬਿਸ਼ਪ ਵਿੰਸੈਂਟ ਕੌਂਸੇਸਾਓ, ਚੰਡੀਗੜ੍ਹ ਦੇ ਬਿਸ਼ਪ ਜਰਲਡ ਮੈਥਿਆਸ, ਜੰਮੂ ਦੇ ਬਿਸ਼ਪ ਪੀਟਰ ਸੈਲੇਸਟਿਨ ਅਤੇ ਆਪਣੀ ਜਲੰਧਰ ਡਾਇਸਿਸ ਦੇ ਬਿਸ਼ਪ ਅਤੀ ਸਤਿਕਾਰਯੋਗ ਬਿਸ਼ਪ ਸਿੰਪੋਨੀ ਕੀਪਰਤ ਜੀ ਦੇ ਮੌਜੂਦਗੀ ਦੇ ਵਿੱਚ ਨਵੇਂ ਗਿਰਜੇ ਦੀ ਬਰਕਤ ਕੀਤੀ ਗਈ ਅਤੇ ਇਸ ਦਾ ਉਦਘਾਟਨ ਕੀਤਾ ਗਿਆ। ਸੋ ਫਾਦਰ ਜੀ, ਹੁਣ ਅਸੀਂ ਜਾਣਨਾ ਚਾਹਾਂਗੇ ਕਿ ਇਸ ਗਿਰਜਾ ਘਰ ਦੀ ਖਾਸੀਅਤ ਕੀ ਹੈ। ਇਸ ਗਿਰਜਾ ਘਰ ਦੀ ਖਾਸੀਅਤ ਸਭ ਤੋਂ ਪਹਿਲੀ ਇਹ ਹੈ ਕਿ ਜਲੰਧਰ ਡਾਇਸਿਸ ਦੇ ਖੇਤਰ ਵਿੱਚ ਸੰਤ ਪਾਇਸ 10ਵੇਂ ਦੇ ਨਾਂ ਤੇ ਬਣਿਆ ਇਹ ਪਹਿਲਾ ਗਿਰਜਾ ਹੈ। ਇਸ ਤੋਂ ਇਲਾਵਾ ਇਸ ਡਾਇਸਿਸ ਵਿੱਚ ਹੋਰ ਕੋਈ ਗਿਰਜਾ ਨਹੀਂ ਜਿਹੜਾ ਸੰਤ ਪਾਇਸ 10ਵੇਂ ਦੇ ਨਾਂ ਤੇ ਬਣਿਆ ਹੋਵੇ। ਤੇ ਦੂਜੀ ਖਾਸੀਅਤ ਇਹ ਹੈ ਕਿ ਜੀਟੀ ਰੋਡ ਦੇ 1 ਕਿਲੋਮੀਟਰ ਦੇ ਦਾਇਰੇ ਵਿੱਚ ਸਥਿਤ ਹੈ। ਜੀਟੀ ਰੋਡ ਤੋਂ ਅਸੀਂ ਪਾਸ ਕਰਦੇ ਹਾਂ, ਆਉਂਦੇ ਜਾਂਦੇ ਹਾਂ ਤੇ ਸਾਨੂੰ ਦੂਰੋਂ ਹੀ ਇਸ ਦੀ ਉੱਚੀ ਸਲੀਪ ਦਿਖਾਈ ਦਿੰਦੀ ਹੈ ਜੋ ਘੁੰਮਦੀ ਹੈ, ਜਿਹਦੇ ਵਿੱਚ ਲਾਈਟਾਂ ਹੁੰਦੀਆਂ ਆ ਤੇ ਉਹ ਘੁੰਮਦੀ ਦਿਖਾਈ ਦਿੰਦੀ ਹੈ ਜੀ। ਅਗਲੀ ਇਹਦੀ ਖਾਸੀਅਤ ਇਹ ਹੈ ਕਿ ਇਹ ਸਾਰੇ ਪੈਰਿਸ਼ ਨੂੰ 5 ਵਾਰਡਾਂ ਵਿੱਚ ਵੰਡਿਆ ਗਿਆ ਹੈ। ਜੀ। ਸੰਤਨੀ ਮਰੀਅਮ ਵਾਰਡ, ਸੰਤਨੀ ਅਲਫੋਂਸਾ ਵਾਰਡ, ਸੰਤ ਜੋਸਫ ਵਾਰਡ, ਸੰਤ ਐਂਥਨੀ ਵਾਰਡ ਤੇ ਸੰਤ ਫ੍ਰਾਂਸਿਸ ਵਾਰਡ। ਜੀ। ਅਤੇ ਮੌਜੂਦਾ ਸਾਡੇ ਰਿਕਾਰਡ ਦੇ ਅਨੁਸਾਰ ਇਸ ਪੈਰਿਸ਼ ਵਿੱਚ ਹੁਣ ਤੱਕ 225 ਪਰਿਵਾਰ ਹਨ ਅਤੇ 1080 ਵਿਸ਼ਵਾਸੀ ਹਨ ਜਿਨ੍ਹਾਂ ਦਾ ਬਪਤਿਸਮਾ ਤੇ ਸਾਰੇ ਸਾਕਰਾਮੈਂਟ ਮੁਕੰਮਲ ਹਨ। ਅਗਲੀ ਇਹਦੀ ਖਾਸੀਅਤ ਇਹ ਹੈ ਕਿ ਇਸ ਪੈਰਿਸ਼ ਦਾ ਜੋ ਦਾਇਰਾ ਹੈ ਉਹ ਜ਼ਿਆਦਾ ਵੱਡਾ ਨਹੀਂ ਹੈ। ਆਮ ਤੌਰ ਤੇ ਆਪਾਂ ਵੇਖਦੇ ਹਾਂ ਕਿ ਇੱਕ ਪੈਰਿਸ਼ ਹੋ ਸਕਦਾ 25 ਕਿਲੋਮੀਟਰ ਦਾਇਰੇ ਵਿੱਚ ਹੋਵੇ ਜਾਂ 50 ਕਿਲੋਮੀਟਰ ਦਾਇਰੇ ਵਿੱਚ ਹੋਵੇ। ਇਸ ਤਰ੍ਹਾਂ ਨਹੀਂ ਹੈ। ਇਸ ਪੈਰਿਸ਼ ਦੇ ਸਾਰੇ ਵਿਸ਼ਵਾਸੀ ਲਗਭਗ 5 ਤੋਂ 10 ਕਿਲੋਮੀਟਰ ਦੇ ਦਾਇਰੇ ਵਿੱਚ ਹੀ ਹਨ ਅਤੇ ਗਿਰਜੇ ਦੇ ਆਸੇ-ਪਾਸੇ ਹੀ ਹਨ। 5 ਦੇ 5 ਵਾਰਡ ਗਿਰਜੇ ਦੇ ਆਸੇ-ਪਾਸੇ ਹੋਣ ਕਰਕੇ ਕੋਈ ਵੀ ਵਿਸ਼ਵਾਸੀ ਜੇਕਰ ਗਿਰਜੇ ਪਹੁੰਚਣਾ ਚਾਹੁੰਦਾ ਹੋਵੇ ਉਸ ਨੂੰ ਆਪਣੇ ਘਰ ਤੋਂ ਗਿਰਜੇ ਤੱਕ ਚੱਲ ਕੇ ਆਉਣ ਦੇ ਲਈ ਸਿਰਫ 5 ਤੋਂ 10 ਮਿੰਟ ਦਾ ਸਮਾਂ ਲੱਗੇਗਾ। 5-10 ਮਿੰਟਾਂ ਦੇ ਵਿੱਚ ਉਹ ਭੈਣ ਭਰਾ ਗਿਰਜੇ ਪਹੁੰਚ ਸਕਦਾ ਹੈ। ਤੇ ਅਗਲੀ ਖਾਸੀਅਤ ਇਸ ਦੀ ਇਹ ਹੈ ਕਿ ਇੱਥੋਂ ਦੇ ਲੋਕਾਂ ਦਾ, ਵਿਸ਼ਵਾਸੀਆਂ ਦਾ ਗਿਰਜੇ ਦੇ ਨਾਲ ਬਹੁਤ ਪਿਆਰ ਹੈ, ਗਿਰਜੇ ਨਾਲ ਬਹੁਤ ਹੀ ਲਗਾਵ ਹੈ। ਹਰ ਰੋਜ਼ ਸਵੇਰੇ ਪਾਕਮਾਰ ਦੀ ਕੁਰਬਾਨੀ ਵਿੱਚ ਲਗਭਗ 50 ਤੋਂ 60 ਵਿਸ਼ਵਾਸੀ ਰੋਜ਼ਾਨਾ ਪਾਕਮਾਸ ਲਈ ਹਾਜ਼ਰ ਹੁੰਦੇ ਹਨ। ਸੋ ਫਾਦਰ ਜੀ, ਹੁਣ ਮੈਂ ਪੁੱਛਣਾ ਚਾਹਾਂਗੀ ਕਿ ਇਸ ਗਿਰਜਾ ਘਰ ਦੀ ਕਲੀਸਿਆ ਕਿਸ ਤਰ੍ਹਾਂ ਤੁਹਾਨੂੰ ਸਹਿਯੋਗ ਕਰਦੀ ਹੈ ਵੱਡੇ ਮਹਾਨ ਈਦਾਂ ਦੇ ਤਿਉਹਾਰ ਦੇ ਮੌਕੇ ਤੇ ਜਾਂ ਪ੍ਰਭੂ ਦੇ ਕਲਾਮ ਨੂੰ ਫੈਲਾਉਣ ਦੇ ਵਿੱਚ। ਲੰਮਾ ਪਿੰਡ ਪੈਰਿਸ਼ ਦੀ ਕਲੀਸਿਆ ਬਹੁਤ ਹੀ ਸਹਿਯੋਗੀ ਕਲੀਸਿਆ ਹੈ ਜੀ, ਕਿਉਂਕਿ ਲੋਕ ਬਹੁਤ ਨੇੜੇ ਰਹਿੰਦੇ ਹਨ। ਗਿਰਜੇ ਪ੍ਰਤੀ ਇਹਨਾਂ ਦਾ ਲਗਾਵ ਅਤੇ ਪਿਆਰ ਬਹੁਤ ਹੈ। 65 ਸਾਲ ਦਾ ਲੰਮਾ ਇਤਿਹਾਸ ਹੈ ਕਿ ਇੰਨੇ ਸਮੇਂ ਤੋਂ ਇਹ ਲੋਕ ਗਿਰਜੇ ਦੇ ਪ੍ਰਤੀ ਬਹੁਤ ਹੀ ਲਗਾਵ ਅਤੇ ਪਿਆਰ ਰੱਖਦੇ ਹਨ। ਮੈਂ ਆਪਣੇ 1 ਸਾਲ 2 ਮਹੀਨੇ ਦੇ ਕਾਰਜਕਾਲ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਕਰ ਚੁੱਕਾ ਹਾਂ ਜਿਹਦੇ ਵਿੱਚ ਬਹੁਤ ਸਾਰੀਆਂ ਰੂਹਾਨੀ ਰੀਤਾਂ ਅਤੇ ਪ੍ਰੋਗਰਾਮਾਂ ਨੂੰ ਉਲੀਕਿਆ ਅਤੇ ਉਹਨਾਂ ਨੂੰ ਕੀਤਾ ਵੀ ਹੈ ਜੀ। ਪਿੱਛੇ ਜੇ ਕੁਝ ਮਹੀਨਿਆਂ ਪਹਿਲਾਂ ਜਦੋਂ ਲੋਕਡਾਊਨ ਬਹੁਤ ਹਾਰਡ ਸੀ, ਜੀ, ਬਹੁਤ ਸਖਤ ਸੀ, ਉਸ ਸਮੇਂ ਲੰਮਾ ਪਿੰਡ ਦੀ ਐਸਾ ਪੈਰਿਸ਼ ਸੀ ਜਿੱਥੇ ਐਤਵਾਰ ਨੂੰ 3-3 ਪਾਕਮਾਸਾਂ ਹੁੰਦੀਆਂ ਸਨ। ਸਵੇਰੇ ਤੜਕੇ 5:30 ਤੋਂ ਲੈ ਕੇ ਲਗਭਗ 10 ਤੋਂ 11 ਵਜੇ ਤੱਕ 3 ਪਾਕਮਾਸਾਂ ਹੁੰਦੀਆਂ ਸਨ ਤਾਂ ਜੋ ਲੋਕਾਂ ਨੂੰ ਥੋੜੇ ਇਕੱਠ ਦੇ ਵਿੱਚ ਪਾਕਮਾਸਾਂ ਦੀਆਂ ਕੁਰਬਾਨੀਆਂ ਮੁਹੱਈਆ ਕੀਤੀਆਂ ਜਾਣ। ਸੋ ਲੰਮਾ ਪਿੰਡ ਪੈਰਿਸ਼ ਦਾ ਜੋ ਚਰਚ ਹੈ ਸਿਰਫ ਇਸੇ ਸਾਲ ਦੇ ਮਈ ਮਹੀਨੇ ਵਿੱਚ ਤਕਰੀਬਨ 15 ਦਿਨ ਲਈ ਬੰਦ ਰਿਹਾ, ਨਹੀਂ ਤੇ ਇਹ ਤਕਰੀਬਨ ਲੋਕਡਾਊਨ ਵਿੱਚ ਵੀ ਖੁੱਲ੍ਹਾ ਹੀ ਰਿਹਾ ਹੈ। ਤੇ ਮੈਂ ਜਦੋਂ ਦਾ ਇਸ ਪੈਰਿਸ਼ ਵਿੱਚ ਆਇਆ ਹਾਂ ਤੇ ਬਹੁਤ ਹੀ ਅਲੱਗ ਅਤੇ ਅਨੋਖੇ ਕੰਮ ਕੀਤੇ ਹਨ ਪੈਰਿਸ਼ ਦੀ ਰੂਹਾਨੀ ਅਤੇ ਆਤਮਿਕ ਤਰੱਕੀ ਦੇ ਲਈ। ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਜਦੋਂ ਈਸਟਰ ਹੋ ਚੁੱਕਾ ਸੀ, ਈਸਟਰ ਤੋਂ ਬਾਅਦ ਘਰਾਂ ਦੀ ਬਰਕਤ ਕਰਨ ਤੋਂ ਪਹਿਲਾਂ ਜੀ, ਅਸੀਂ 3 ਵੱਖ-ਵੱਖ ਦਿਨ ਆਪਣੇ ਇਹਨਾਂ ਪੈਰਿਸ਼ ਦੀਆਂ ਗਲੀਆਂ ਦੇ ਵਿੱਚ, ਕਿਉਂਕਿ 5 ਵਾਰਡ ਹਨ ਤੇ 5 ਦੇ 5 ਵਾਰਡ ਪੈਰਿਸ਼ ਦੇ ਗਿਰਜੇ ਦੇ ਆਲੇ ਦੁਆਲੇ ਹਨ, ਤੇ ਪੈਰਿਸ਼ ਦੇ ਗਲੀਆਂ ਦੇ ਵਿੱਚ ਜਾ ਕੇ
ਪਾਕ ਯੂਕਰਿਸਤ ਦੀ ਸ਼ੋਭਾ ਯਾਤਰਾ ਕਰਕੇ ਲੋਕਾਂ ਨੂੰ ਘਰ ਘਰ ਜਾ ਕੇ ਬਰਕਤ ਦਿੱਤੀ ਹੈ, ਜੋ ਅਜਿਹਾ ਕੰਮ ਹੋਰ ਕਿਤੇ ਨਹੀਂ ਕੀਤਾ ਗਿਆ, ਸਿਰਫ ਲੰਮਾ ਪਿੰਡ ਪੈਰਿਸ਼ ਵਿੱਚ ਹੀ ਕੀਤਾ ਗਿਆ ਹੈ ਜੀ। ਇਸੇ ਤਰੀਕੇ ਨਾਲ ਪੈਰਿਸ਼ ਦੀ ਈਦ ਉਹ ਵੀ ਪਿਛਲੇ ਮਹੀਨੇ ਅਗਸਤ ਮਹੀਨੇ ਵਿੱਚ ਅਸੀਂ ਮਨਾਈ ਹੈ, ਤੇ ਜਿੰਨੇ ਵੀ ਪ੍ਰੋਗਰਾਮ ਅਸੀਂ ਕੀਤੇ ਹਨ ਉਹਨਾਂ ਸਾਰੇ ਪ੍ਰੋਗਰਾਮਾਂ ਦੇ ਵਿੱਚ ਪੈਰਿਸ਼ ਦੇ ਸਾਰੇ ਲੋਕਾਂ ਨੇ, ਨੌਜਵਾਨਾਂ ਨੇ, ਬੱਚਿਆਂ ਨੇ, ਬਜ਼ੁਰਗਾਂ ਨੇ, ਮਰੀਮ ਸੈਨਾ ਦੀਆਂ ਭੈਣਾਂ ਨੇ ਆਪੋ ਆਪਣੇ ਤਰੀਕੇ ਨਾਲ ਵੱਖ-ਵੱਖ ਯੋਗਦਾਨ ਅਤੇ ਸਹਿਯੋਗ ਦਿੱਤਾ ਹੈ। ਸੋ ਹੁਣ ਤੱਕ ਜਿੰਨੇ ਵੀ ਪ੍ਰੋਗਰਾਮ ਅਸੀਂ ਉਲੀਕੇ ਹਨ ਅਤੇ ਕੀਤੇ ਹਨ ਜੀ, ਉਹਨਾਂ ਵਿੱਚ ਯੂਥ ਦੇ ਸਾਰੇ ਮੈਂਬਰ, ਮਰੀਮ ਸੈਨਾ ਦੀਆਂ ਭੈਣਾਂ, ਬਜ਼ੁਰਗ, ਸਾਰੇ ਲੋਕਾਂ ਨੇ ਆਪੋ ਆਪਣੇ ਤਰੀਕੇ ਨਾਲ ਬਹੁਤ ਸਹਿਯੋਗ ਅਤੇ ਯੋਗਦਾਨ ਦਿੱਤਾ ਹੈ। ਸੋ ਫਾਦਰ ਜੀ, ਇਹ ਤਾਂ ਹੋ ਗਈ ਗੱਲ ਕਿ ਇਹ ਪੈਰਿਸ਼ ਕਿਸ ਤਰ੍ਹਾਂ ਤੁਹਾਨੂੰ ਸਹਿਯੋਗ ਕਰਦੀ ਹੈ, ਜਾਂ ਪੈਰਿਸ਼ ਦੀ ਕਲੀਸਿਆ ਕਿਸ ਤਰ੍ਹਾਂ ਤੁਹਾਨੂੰ ਕੋਆਪਰੇਟ ਕਰਦੀ ਹੈ ਮਹਾਨ ਈਦਾਂ ਦੇ ਮੌਕਿਆਂ ਦੇ ਵਿੱਚ, ਜਾਂ ਪ੍ਰਭੂ ਦੇ ਕਲਾਮ ਨੂੰ ਫੈਲਾਉਣ ਦੇ ਵਿੱਚ, ਜਾਂ ਆਤਮਿਕ ਤਰੱਕੀ ਦੇ ਵਾਸਤੇ। ਹੁਣ ਅਸੀਂ ਜਾਣਨਾ ਚਾਹਾਂਗੇ ਕਿ ਤੁਹਾਡੀ ਫਰਦਰ ਪਲੈਨਿੰਗ ਕੀ ਹੈ ਇਸ ਕਲੀਸਿਆ ਦੇ ਲਈ, ਇਹਦੇ ਵੈਲਫੇਅਰ ਵਾਸਤੇ। ਹੁਣ ਜਦੋਂ ਆਪਾਂ ਮੌਜੂਦਾ ਮਾਹੌਲ ਦੇਖਦੇ ਹਾਂ, ਜੀ ਸਾਨੂੰ ਪਤਾ ਲੱਗ ਰਿਹਾ ਹੈ ਕਿ ਕਰੋਨਾ ਮਹਾਮਾਰੀ ਦਾ ਡਰ ਹੌਲੀ-ਹੌਲੀ ਖਤਮ ਹੋ ਰਿਹਾ ਹੈ, ਹੌਲੀ-ਹੌਲੀ ਇਹ ਘਟਦਾ ਜਾ ਰਿਹਾ ਹੈ ਜੀ। ਤੇ ਹੁਣ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜੋ ਆਉਣ ਵਾਲਾ ਸਾਲ ਹੋਏਗਾ 2022, ਜੀ ਉਸ ਦੇ ਪਹਿਲੇ ਮਹੀਨੇ ਤੋਂ ਲੈ ਕੇ 12ਵੇਂ ਮਹੀਨੇ ਤੱਕ ਦਾ ਇੱਕ ਕੈਲੰਡਰ ਬਣਾਇਆ ਜਾਵੇ, ਤਾਂ ਖਾਸ ਇੱਦਾਂ ਖਾਸ ਮੌਕਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਲੰਡਰ ਦੇ ਮੁਤਾਬਕ, ਮਹੀਨਿਆਂ ਦੇ ਮੁਤਾਬਕ ਆਤਮਿਕ ਅਤੇ ਰੂਹਾਨੀ ਪ੍ਰੋਗਰਾਮਾਂ ਨੂੰ ਤਿਆਰ ਕੀਤਾ ਜਾਵੇ, ਅਤੇ ਉਹਨਾਂ ਮਹੀਨਿਆਂ ਦਿਨਾਂ ਦੇ ਦੌਰਾਨ ਇੱਕ ਫਿਕਸਡ ਡੇਟ ਨੂੰ ਪੱਕਾ ਕੀਤਾ ਜਾਵੇ, ਤਾਂ ਜੋ ਸਾਰਿਆਂ ਨੂੰ ਪਤਾ ਹੋਵੇ ਕਿ ਸਾਡੇ ਪੈਰਿਸ਼ ਵਿੱਚ, ਲੰਮਾ ਪਿੰਡ ਕਲੀਸਿਆ ਦੇ ਵਿੱਚ ਕਿਹੜੇ ਮਹੀਨੇ ਕਿਹੜੇ ਆਤਮਿਕ ਅਤੇ ਰੂਹਾਨੀ ਪ੍ਰੋਗਰਾਮ ਕੀਤੇ ਜਾਣਗੇ, ਤਾਂ ਜੋ ਸਾਰਿਆਂ ਨੂੰ ਪਹਿਲਾਂ ਹੀ ਉਸ ਦੀ ਜਾਣਕਾਰੀ ਪ੍ਰਾਪਤ ਹੋਵੇ ਅਪਕਮਿੰਗ ਇਵੈਂਟਸ ਦੀ। ਹਾਂਜੀ ਫਾਦਰ ਜੀ, ਅਸੀਂ ਜਾਣਨਾ ਚਾਹਾਂਗੇ ਕਿ ਇਹ ਪੈਰਿਸ਼ ਜਲੰਧਰ ਡਾਇਸਿਸ ਦੀ ਇੱਕ ਅਹਿਮ ਪੈਰਿਸ਼ ਵੀ ਹੈ। ਹਾਂਜੀ। ਸੋ ਇਸ ਪੈਰਿਸ਼ ਦੇ ਵਿੱਚ ਹੁਣ ਤੱਕ ਕਿਹੜੇ ਪੁਰੋਹਿਤਾਂ ਨੇ ਬਤੌਰ ਪੈਰਿਸ਼ ਪ੍ਰੀਸਟ ਆਪਣੀਆਂ ਸੇਵਾਵਾਂ ਨਿਭਾਈਆਂ ਹਨ? ਹਾਂਜੀ, 1956 ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਪੁਰੋਹਿਤਾਂ ਨੇ ਅੰਤ ਤੱਕ ਮਿਹਨਤ ਕੀਤੀ ਹੈ ਇਸ ਪੈਰਿਸ਼ ਵਿੱਚ। ਹਾਂਜੀ। ਮੈਨੂੰ ਕੁਝ ਫਾਦਰ ਸਾਹਿਬਾਨਾਂ ਦੇ ਨਾਮ ਯਾਦ ਹਨ। ਜੀ ਸਭ ਤੋਂ ਪਹਿਲਾਂ ਫਾਦਰ ਲੂਕ, ਫਾਦਰ ਐਡਵਰਡ, ਜੀ ਫਾਦਰ ਥੋਮਸ ਕੇਜੇ, ਫਾਦਰ ਪੀਕੇ ਜੋਸਫ, ਫਾਦਰ ਕੁਰੀਆਕੋਸ, ਫਾਦਰ ਮੈਥਿਊ ਪਾਲਾਚਵਿਟਲ, ਫਾਦਰ ਐਂਥਨੀ ਥੁਰਤੀ, ਫਾਦਰ ਬੀਨੋ ਜੋਸਫ, ਫਾਦਰ ਜੋਸਟੀ ਅਤੇ ਫਾਦਰ ਸਾਮੋਨਾਰ, ਅਤੇ ਹੁਣ ਮੌਜੂਦਾ ਸਮੇਂ ਵਿੱਚ ਮੈਂ ਖੁਦ। ਹੁਣ ਤੱਕ ਅਸੀਂ ਵੇਖ ਸਕਦੇ ਹਾਂ ਕਿ ਇਸ ਪੈਰਿਸ਼ ਵਿੱਚ ਫਾਦਰ ਸਾਹਿਬਾਨਾਂ ਦੇ ਨਾਲ CMC ਜਮਾਤ ਦੀਆਂ ਸਿਸਟਰਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਹੈ। ਸਾਨੂੰ ਸਾਰਿਆਂ ਨੂੰ ਸਿਸਟਰ ਪ੍ਰੋਸਪਰ ਜੀ ਬਾਰੇ ਪਤਾ ਹੋਏਗਾ। ਜੀ ਬਿਲਕੁਲ। ਸਿਸਟਰ ਪ੍ਰੋਸਪਰ ਜੀ ਕੈਟੀਕੇਟਿਕਲ ਟੀਮ ਦੇ ਵਿੱਚ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਹਨ, ਤੇ ਹੁਣ ਉਹ ਬਜ਼ੁਰਗ ਹੋ ਚੁੱਕੇ ਹਨ, ਤੇ ਸੇਵਾ ਨਿਭਾਉਣ ਤੋਂ ਬਾਅਦ ਇਸ ਸਮੇਂ ਉਹ ਲੰਮਾ ਪਿੰਡ ਪੈਰਿਸ਼ ਵਿੱਚ ਰਿਹਾਇਸ਼ ਕਰ ਰਹੇ ਹਨ। ਤੇ ਸਿਸਟਰ ਜੀ ਨੂੰ ਬਹੁਤ ਹੀ ਤਜਰਬਾ ਹੈ, ਉਹਨਾਂ ਦਾ ਅਨੁਭਵ ਬਹੁਤ ਜ਼ਿਆਦਾ ਹੈ, ਅਤੇ ਉਸੇ ਹੀ ਅਨੁਭਵ ਦੇ ਰਾਹੀਂ ਉਹ ਆਪਣੀ CMC ਜਮਾਤ ਦੀਆਂ ਬਾਕੀ ਸਿਸਟਰਾਂ ਦਾ ਸਹਿਯੋਗ ਲੈ ਕੇ ਬੱਚਿਆਂ ਨੂੰ ਤਾਲੀਮ ਸਿਖਾਉਣ ਦਾ, ਬੱਚਿਆਂ ਦੇ ਵੱਖ-ਵੱਖ ਪ੍ਰੋਗਰਾਮ ਕਰਾਉਣ ਦਾ, ਇਹੋ ਜਿਹੇ ਕੰਮਾਂ ਦੇ ਵਿੱਚ ਸਿਸਟਰ ਜੀ ਬਹੁਤ ਸਹਿਯੋਗ ਦੇ ਰਹੇ ਹਨ। ਤੇ ਨਾਲ ਹੀ ਮੁਨਾਦ ਭਰਾ ਇਸ ਸਮੇਂ ਮੇਰੇ ਨਾਲ ਪੈਰਿਸ਼ ਵਿੱਚ ਮੁਨਾਦ ਦੇ ਤੌਰ ਤੇ ਬਾਬੂ ਰਾਜਵੀਰ ਗਿੱਲ ਜੀ ਮੁਨਾਦੀ ਦੀ ਸੇਵਾ ਕਰ ਰਹੇ ਹਨ। ਜੀ। ਤੇ ਮੈਨੂੰ ਇੰਝ ਮਹਿਸੂਸ ਹੋ ਰਿਹਾ ਹੈ ਕਿ ਬਾਕੀ ਪੈਰਿਸ਼ਾਂ ਦੇ ਨਾਲੋਂ ਜੋ ਲੰਮਾ ਪਿੰਡ ਪੈਰਿਸ਼ ਹੈ, ਆਤਮਿਕ ਰੀਤਾਂ ਨੂੰ ਅਤੇ ਰੂਹਾਨੀ ਕੰਮਾਂ ਨੂੰ ਕਰਨ ਵਿੱਚ ਅਤੇ ਅੱਗੇ ਵਧਾਉਣ ਵਿੱਚ ਇਹ ਥੋੜਾ ਉਹਨਾਂ ਤੋਂ ਜ਼ਿਆਦਾ ਅੱਗੇ ਹੈ, ਜ਼ਿਆਦਾ ਦਿਲਚਸਪੀ ਰੱਖਦੇ ਹਨ। ਹਾਂਜੀ। ਸੋ ਇਹ ਸਨ ਗੱਲਾਂ ਸੇਂਟ ਪਾਈਸ ਚਰਚ ਲੰਮਾ ਪਿੰਡ ਦੇ ਬਾਰੇ, ਜਿਸ ਦੇ ਬਾਰੇ ਅਸੀਂ ਜਾਣਕਾਰੀ ਪ੍ਰਾਪਤ ਕੀਤੀ ਇਸ ਗਿਰਜਾ ਘਰ ਦੇ ਮੌਜੂਦਾ ਪੈਰਿਸ਼ ਪ੍ਰੀਸਟ ਰੈਵਰੈਂਡ ਫਾਦਰ ਵਿਲੀਅਮ ਜੇਮਸ ਸਹੋਤਾ ਜੀ ਤੋਂ। ਸੋ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਫਾਦਰ ਜੀ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਨਾਲ ਰੂਬਰੂ ਹੋਏ ਅਤੇ ਉਹਨਾਂ ਨੂੰ ਇਸ ਗਿਰਜਾ ਘਰ ਦੇ ਬਾਰੇ ਜਾਣਕਾਰੀ ਦਿੱਤੀ। ਜੈ ਯਿਸੂ ਕੀ ਫਾਦਰ ਜੀ।
ਸੋ ਇਹ ਸੀ ਜਾਣਕਾਰੀ ਸੇਂਟ ਪਾਈਸ ਚਰਚ ਲੰਮਾ ਪਿੰਡ ਦੇ ਬਾਰੇ। ਉਮੀਦ ਕਰਦੀ ਹਾਂ ਤੁਹਾਨੂੰ ਇਹ ਜਾਣਕਾਰੀ ਬੇहद ਪਸੰਦ ਆਈ ਹੋਵੇਗੀ। ਸੋ ਇਹਨਾਂ ਇਤਿਹਾਸਿਕ ਗਿਰਜਾਘਰਾਂ ਦੀ ਕੜੀ ਦੇ ਵਿੱਚ ਜਾਣਨ ਦੇ ਲਈ ਜਲੰਧਰ ਡਾਇਸਿਸ ਦੇ ਗਿਰਜਾਘਰਾਂ ਦੀ ਜਾਣਕਾਰੀ ਜੁੜੇ ਰਹੋ ਪ੍ਰਾਰਥਨਾ ਭਵਨ ਟੀਵੀ ਦੇ ਨਾਲ। ਸਾਰਿਆਂ ਨੂੰ ਜੈ ਯਿਸੂ ਮਸੀਹ ਕੀ। ਸੋ ਇਹ ਸੀ ਗੱਲਬਾਤ ਇਸ ਗਿਰਜਾ ਘਰ ਦੇ ਮੌਜੂਦਾ ਪੈਰਿਸ਼ ਪ੍ਰੀਸਟ ਜੀ ਦੇ ਨਾਲ। ਸੋ ਹੁਣ ਅਸੀਂ ਉੱਪਰ ਚੱਲ ਕੇ ਦੇਖਦੇ ਹਾਂ ਇਸ ਗਿਰਜਾ ਘਰ ਦੇ ਅੰਦਰਲੇ ਹਿੱਸੇ ਨੂੰ। ਇਸ ਗਿਰਜਾ ਘਰ ਦੇ ਦਰਵਾਜ਼ੇ ਦੀ ਬਣਤਰ ਕੁਝ ਅਜਿਹੀ ਬਣਾਈ ਗਈ ਹੈ ਕਿ ਇਸ ਦੇ ਉੱਪਰ ਪਾਕ ਯੂਕਰਿਸਤ ਅਤੇ ਪਵਿੱਤਰ ਸਲੀਬ ਦੇ ਚਿੰਨ੍ਹ ਲਗਾਏ ਗਏ ਹਨ। ਗਿਰਜਾ ਘਰ ਦੇ ਦਰਵਾਜ਼ੇ ਦੇ ਦੋਵਾਂ ਪਾਸੇ ਹੋਲੀ ਵਾਟਰ ਫੌਂਟ ਲਗਾਏ ਗਏ ਹਨ। सेंट पाइस चर्च लम्मा पिंड का खास हिस्सा यानी कि पवित्र हिस्सा। इस पवित्र हिस्से दे विच पाक अलतार हुंदी है जिस दे उत्ते खड़े होके कैथोलिक कलीसिया दे पुरोहित पाकमासी कुर्बानी चढ़ाउंदे हन अते इस दे नाल ही प्रभु यीशु मसीह दी पवित्र अंजील दा प्रचार करदे हन अते पवित्र यूक्रिस्ट दी आराधना भी करदे हन। पाक संदूक जिवें कि असीं सारे जानते ही हाँ कि पाक संदूक दे अंदर प्रभु यीशु मसीह पवित्र रोटी दे रूप विच हर समय विराजमान रहंदे हन अते इस दे आले दुआले बहुत ही खूबसूरत डेकोरेशन की गई है अते मोमबत्तियां भी लगाईयां गईयां हन जो कि सानू ये संकेत दिंदियां हन कि प्रभु यीशु मसीह हर समय इस पाक संदूक दे अंदर मौजूद हन। सेंट पाइस चर्च लम्मा पिंड दे पाक संदूक की खासियत यह है कि इस पाक यूक्रिस्ट दे उपर 2 मछलियां अते 5 रोटियां नूं चित्रित किया गया है जिस बारे असी पवित्र अंजील दे विच पढ़दे हां जिस विच प्रभु यीशु मसीह ने 5000 लोकां नूं रजाउण दे लई एक छोटे बच्चे तो 5 रोटियां अते 2 मछलियां लईआं सन। इस पाक संदूक के बिल्कुल ऊपर प्रभु यीशु मसीह की पवित्र सलीब लगाई गई है जो कि इस गल का प्रतीक है कि प्रभु यीशु मसीह ने सलीब उत्ते कुर्बान होके साडे लिए यानी कि पूरे संसार दे लिए स्वर्ग का रास्ता खोल दिता।
ਦੇ ਦੋਵਾਂ ਪਾਸਿਆਂ ਤੇ ਦੋ ਸਟੈਚੂ ਲਗਾਏ ਗਏ ਹਨ। ਇੱਕ ਪਾਸੇ ਸੇਂਟ ਪਾਇਸ ਜੋ ਕਿ ਇਸ ਗਿਰਜਾਘਰ ਦੇ ਸਰਪ੍ਰਸਤ ਸੰਤ ਹਨ ਦਾ ਸਟੈਚੂ ਲਗਾਇਆ ਗਿਆ ਹੈ। सेंट पायस ਦੇ ਇਸ ਸਟੈਚੂ ਦੇ ਬਿਲਕੁਲ ਉੱਪਰ ਇੱਕ ਤਸਵੀਰ ਲਗਾਈ ਗਈ ਹੈ ਜੋ ਕਿ ਪ੍ਰਭੂ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਤਸਵੀਰ ਹੈ। ਪਵਿੱਤਰ ਅਲਤਾਰ ਦੇ ਦੂਜੇ ਪਾਸੇ ਫਾਤਿਮਾ ਦੀ ਮਾਤਾ ਮਰੀਮ ਦਾ ਸਟੈਚੂ ਲਗਾਇਆ ਗਿਆ ਹੈ। ਅਤੇ ਇਸ ਸਟੈਚੂ ਦੇ ਬਿਲਕੁਲ ਉੱਪਰ ਇੱਕ ਤਸਵੀਰ ਲਗਾਈ ਗਈ ਹੈ ਜਿਸ ਉੱਤੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਾ ਦ੍ਰਿਸ਼ ਦਿਖਾਇਆ ਗਿਆ ਹੈ। ਇਹ ਹੈ ਪੁਲਪਿਟ ਯਾਨੀ ਕਿ ਉਹ ਖਾਸ ਹਿੱਸਾ ਜਿਸ ਉੱਪਰ ਆ ਕੇ ਰੋਮਨ ਕੈਥੋਲਿਕ ਕਲੀਸਿਆ ਦੇ ਪੁਰੋਹਿਤ ਪ੍ਰਭੂ ਯਿਸੂ ਮਸੀਹ ਦੀ ਪਵਿੱਤਰ ਅੰਜੀਲ ਨੂੰ ਪੜ੍ਹਦੇ ਹਨ ਅਤੇ ਉਸ ਦਾ ਪ੍ਰਚਾਰ ਵੀ ਕਰਦੇ ਹਨ। ਅਸੀਂ ਸਾਰੇ ਜਾਣਦੇ ਹੀ ਹਾਂ ਕਿ ਇਹ ਸਾਲ ਜਲੰਧਰ ਡਾਇਓਸੀਸ ਦਾ 골ਡਨ ਜੁਬਲੀ ਸਾਲ ਹੈ ਅਤੇ ਇਸ ਸਾਲ ਨੂੰ ਜਲੰਧਰ ਡਾਇਓਸੀਸ 골ਡਨ ਜੁਬਲੀ ਸਾਲ ਦੇ ਵਜੋਂ ਮਨਾ ਰਹੀ ਹੈ। ਇਸੇ ਕਰਕੇ ਹਰ ਇੱਕ ਗਿਰਜਾਘਰ ਦੇ ਵਿੱਚ 골ਡਨ ਜੁਬਲੀ ਸਾਲ ਦਾ ਇਹ ਝੰਡਾ ਲਗਾਇਆ ਗਿਆ ਹੈ ਅਤੇ ਉਸੇ ਤਰ੍ਹਾਂ ਇਸ ਗਿਰਜਾਘਰ ਦੇ ਵਿੱਚ ਵੀ ਇਹ ਝੰਡਾ ਲਗਾਇਆ ਗਿਆ ਹੈ। ਉਹ ਪਵਿੱਤਰ ਸਲੀਬ ਜਿਸ ਦਾ ਇਸਤੇਮਾਲ ਮਹਾਨ ਈਦਾਂ ਦੇ ਮੌਕੇ ਤੇ ਸ਼ੋਭਾ ਯਾਤਰਾ ਦੇ ਦੌਰਾਨ ਕੀਤਾ ਜਾਂਦਾ ਹੈ। ਇਹ ਹੈ ਇਸ ਗਿਰਜਾਘਰ ਦੀ ਬਾਲਕਨੀ ਜਿਸ ਦਾ ਇਸਤੇਮਾਲ ਮਹਾਨ ਈਦਾਂ ਦੇ ਮੌਕੇ ਤੇ ਕੀਤਾ ਜਾਂਦਾ ਹੈ ਜਦੋਂ ਵਧੇਰੀ ਗਿਣਤੀ ਦੇ ਵਿੱਚ ਸ਼ਰਧਾਲੂ ਗਿਰਜਾਘਰ ਦੇ ਅੰਦਰ ਪ੍ਰਾਰਥਨਾ ਕਰਨ ਲਈ ਆਉਂਦੇ ਹਨ। ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਰੋਮਨ ਕੈਥੋਲਿਕ ਕਲੀਸਿਆ ਦੇ ਹਰ ਇੱਕ ਗਿਰਜਾਘਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੀ ਸਲੀਬ ਦੇ ਰਾਹ ਦੇ 14 ਮੁਕਾਮਾਂ ਦੀਆਂ ਤਸਵੀਰਾਂ ਜਾਂ ਸਟੈਚੂਜ਼ ਲਗਾਏ ਜਾਂਦੇ ਹਨ ਅਤੇ ਇਸੇ ਤਰ੍ਹਾਂ ਇਸ ਗਿਰਜਾਘਰ ਦੇ ਵਿੱਚ ਯਾਨੀ ਕਿ ਸੇਂਟ ਪਾਇਸ ਚਰਚ ਲੰਮਾ ਪਿੰਡ ਦੇ ਵਿੱਚ ਵੀ ਪ੍ਰਭੂ ਯਿਸੂ ਮਸੀਹ ਦੇ ਸਲੀਬ ਦੇ ਰਾਹ ਦੇ 14 ਮੁਕਾਮਾਂ ਨੂੰ ਗਲਾਸ ਪੇਂਟਿੰਗਸ ਦੇ ਜ਼ਰੀਏ ਦਿਖਾਇਆ ਗਿਆ ਹੈ। चौदह मुकामां दीयां ग्लास पेंटिंग्स तो उपर इस गिरजाघर दे विच प्रभु यीशु मसीह दे बाइबल दे कुछ वचनां नूं भी लिख के लगाया गया है।
ਇਸ ਗਿਰਜਾਘਰ ਦਾ ਕਨਫੈਸ਼ਨਲ, ਜਿਸ ਦਾ ਇਸਤੇਮਾਲ ਇਸ ਕਲੀਸਿਆ ਦੇ ਲੋਕ ਪੁਰੋਹਿਤ ਨੂੰ ਆਪਣੇ ਗੁਨਾਹ ਦੱਸ ਕੇ ਉਸ ਦਾ ਕਫਾਰਾ ਲੈਣ ਦੇ ਲਈ ਇਸਤੇਮਾਲ ਕਰਦੇ ਹਨ। ਇਸ ਗਿਰਜਾਘਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਤੌਰ ਪੈਰਿਸ਼ ਪ੍ਰੀਸਟ ਰਹੇ ਪੁਰੋਹਿਤਾਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ। ਸੋ ਦਰਸ਼ਕੋ, ਇਹ ਸੀ ਜਾਣਕਾਰੀ ਸੇਂਟ ਪਾਇਸ ਚਰਚ ਲੰਮਾ ਪਿੰਡ ਦੀ। ਉਮੀਦ ਕਰਦੀ ਹਾਂ ਤੁਹਾਨੂੰ ਬੇहद ਪਸੰਦ ਆਈ ਹੋਵੇਗੀ। ਇਹਨਾਂ ਇਤਿਹਾਸਿਕ ਗਿਰਜਾਘਰਾਂ ਦੀ ਕੜੀ ਦੇ ਵਿੱਚ ਸਾਡਾ ਅਗਲਾ ਗਿਰਜਾਘਰ ਹੋਵੇਗਾ ਲਿਟਲ ਫਲਾਵਰ ਚਰਚ ਮੁਕਤਸਰ। पावन धरती दे वल तेरे वधदे कदम, पावन धरती दे वल तेरे वधदे कदम, तेरे जीवन दे बंदिरा खोलणगे रब दी बरकत दे दार। उजड़े खिल जाणगे सुते पाग तेरे जाग तैनू ढोलणगे पावन धरती दे वल।